अस्सलाम वालेकुम सत श्री अकाल। मैं तुहाडे नाल इरफान समोर और तुसी देख रहे हो PPTV। असी इस टाइम ननकाना साहब मौजूद हाँ और इस टाइम लोगों नाल गलबात कर रहे हैं। एक होर ग्रुप इत्थे मेरे नाल मौजूद है, इन्हां नाल गलबात कर रहे हैं, पुछने कित्थों आए ने, किस वेले पहुँचे ने और इस टाइम की इत्थे दर्शन कर चुके ने और किन्ना को अजे रहिंदा है। सब तो पहले तो इन्हां दा इंट्रोडक्शन करने। सत श्री अकाल जी। सत श्री अकाल जी। वाहिगुरू जी का खालसा वाहिगुरू जी की फतेह जी। की नाम है जी अपना ते कित्थों आए? मेरा नाम गुरदयाल सिंह लाली आ। असीं यूरोप तो आए, जर्मन तो ते बेल्जियम तो सिंह ना सारे। तुसी सारे ही? हाँ जी, सारे जर्मनी तो आए हैं। ते असीं ननकाना साहब पहले भी आते रहने आ दर्शनां नूं गुरपुरब ते अज ही असीं सवेरे लाहौर आए थे ते लाहौर ठहरे हाँ ते अजे असीं दर्शनां नूं इत्थे आए हाँ। गुरु महाराज दे अरदास बेनती करते हैं चरनां च ते गुरपुरब दियां समुचे जगत नूं, सिख जगत नूं असीं अपने वालों, अपने सारे ग्रुप वालों समूह नानक नाम लेवा सिखां नूं ਵਧਾਈ पेश करते हैं ਤੇ ਵਾਹਿਗੁਰੂ जी के चरणों में अरदास बेनती करते हैं कि सुख शांति ते हर एक नूं चढ़दी कला बख्शण दी। अच्छा, तो पिछों भी एक ही पिंड दे इंडिया तो? नहीं, अहीं जर्मन तो सारे दोस्त हैं, पुराने सारे एक दूजे के जान पहचान वाले चंगे दोस्त सारे इकट्ठे रह रहे हैं। ਵੱਖ-ਵੱਖ शहरों तो जर्मन च रहने हैं ते पंजाब तो भी असीं ਵੱਖ-ਵੱਖ पिंडों तो। अच्छा, जर्मनी भी ਵੱਖ-ਵੱਖ रहंदे? जर्मनी भी ਵੱਖ-ਵੱਖ रहने हैं। हाँ जी। तो फिर किद्दां गैदरिंग हुई, किद्दां आउण दा प्लान बनिया? असीं बड़ी साडी पुरानी सांझ आ, बड़ी पंजाब तो सारे साडी जान पछाण है। इकट्ठे ही असीं जिद्दां बड़े चिर तो 30-35 साल तो साडियां सांझां आपस ਵਿੱਚ ਤੇ ਇਕੱਠੇ ਰਹਿ ਰਹੇ ਹਾਂ ਤੇ ਇਕੱਠੇ ਹੀ ਇੱਥੇ ਜਦੋਂ ਸਬੱਬ ਬਣਦਾ ਦਰਸ਼ਨ ਮੇਲੇ ਕਰ ਜੀਦੇ ਆ। ਹਾਂਜੀ, ਚਲੋ ਅੱਗੇ ਭਾਜੀ ਨਾਲ ਥੋੜੀ ਗੱਲਬਾਤ ਕਰਦੇ ਹਾਂ। ਭਾਜੀ ਇੱਧਰ ਗੱਲਬਾਤ ਕਰ ਲੈਣਾ। ਕੀ ਨਾਮ ਆ ਸਰਕਾਰ ਆਪਣਾ? ਜੀ ਗੁਰਮੀਤ ਸਿੰਘ ਮੇਰਾ ਨਾਮ ਜੀ। ਅੱਛਾ ਗੁਰਮੀਤ ਸਾਹਿਬ, ਤੁਸੀਂ ਵੀ ਜਰਮਨ ਤੋਂ ਆਏ ਹੋ ਜੀ। ਕਿੱਦਾਂ ਦਾ ਲੱਗਾ ਇੱਥੇ ਆ ਕੇ? ਨਹੀਂ, ਇੱਥੇ ਅਸੀਂ ਪਹਿਲੀ ਦਫਾ ਨਹੀਂ, ਤਕਰੀਬਨ ਮੈਂ ਚੌਥੀ ਦਫਾ ਆਇਆ। ਕਿਸ ਤਰ੍ਹਾਂ ਦਾ ਲੱਗਿਆ ਤੇ ਤਾਂ ਮਤਲਬ ਸਾਡੀ ਆਤਮਾ ਹੀ ਦੱਸ ਸਕਦੇ ਸਾਨੂੰ ਕਿਸ ਤਰ੍ਹਾਂ ਦਾ ਲੱਗਿਆ, ਪਰ ਅਸੀਂ ਬਹੁਤ ਵਧੀਆ ਮਹਿਸੂਸ ਕਰਦੇ ਹਾਂ। ਅਸੀਂ ਆਪਣੀ ਉਸ ਧਰਤੀ ਨੂੰ, ਉਸ ਪੈਗੰਬਰ ਨੂੰ, ਉਸ ਗੁਰੂ ਨੂੰ ਜਿਨ੍ਹਾਂ ਦਾ ਇੱਥੇ ਜਨਮ ਸਥਾਨ ਹੋਇਆ, ਜਿਹੜੇ ਸਾਡੇ ਸਿੱਖ ਧਰਮ ਦੇ ਬਾਨੀ ਹੋਣ, ਜਦੋਂ ਉਹਨਾਂ ਦੇ ਦਰ ਦੇ ਉੱਪਰ ਨਤਮਸਤਕ ਹੋਈਏ ਫਿਰ ਮਨ ਦੀ ਫੀਲਿੰਗ ਕਿੱਦਾਂ ਦੀ ਹੁੰਦੀ ਹੈ। ਤਾਂ ਫਿਰ ਤੁਸੀਂ ਆਪਣੇ ਆਪ ਨੂੰ ਬੜੇ ਖੁਸ਼ ਨਹੀਂ ਦੱਸਿਆ ਜਾ ਸਕਦਾ, ਪਰ ਅਸੀਂ ਸ਼ੁਕਰਗੁਜ਼ਾਰ ਹਾਂ ਉਸ ਅਕਾਲ ਪੁਰਖ ਦਾ ਜਿਹਨਾਂ ਸਾਨੂੰ ਸੁਭਾਗ ਇੱਥੇ ਮਿਲਿਆ, ਸਾਨੂੰ ਇੱਥੇ ਨਤਮਸਤਕ ਹੋਣ ਦਾ। ਅੱਛਾ, ਜਰਮਨ ਤੋਂ ਤਾਂ ਈਜ਼ੀਲੀ ਆ ਗਏ ਹੋਵੋਗੇ ਤੇ ਜਦੋਂ ਇੰਡੀਆ ਤੋਂ ਆਉਂਦੇ, ਇੰਡੀਆ ਤੋਂ ਡਾਇਰੈਕਟ ਵੀ ਕਦੇ ਆਏ ਇੱਥੇ? ਨਹੀਂ, ਇੰਡੀਆ ਤੋਂ ਡਾਇਰੈਕਟ ਜੇ ਅਸੀਂ ਆਪਾਂ ਹੁਣ ਜੇ ਖੁੱਲ੍ਹੇ ਰੂਪ 'ਚ ਗੱਲ ਕਰੀਏ, ਅਸੀਂ ਉਸੇ ਜਿਹੜਾ ਸਿਧਾਂਤ ਹੈ ਗੁਰੂ ਨਾਨਕ ਪਾਤਸ਼ਾਹ ਦਾ, ਅਸੀਂ ਉਸੇ ਸਿਧਾਂਤ 'ਤੇ ਤੁਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਜ਼ੁਲਮ ਹੈ, ਜ਼ਾਲਮ ਹੈ, ਜਿਹੜੀ ਜ਼ਾਲਮ ਨੇ ਉਹ ਜ਼ੁਲਮ ਕਰ ਰਹੇ ਲੋਕਾਂ ਦੇ ਉੱਪਰ, ਉਹਨਾਂ ਦੇ ਹੱਕ ਨਹੀਂ ਦੇ ਰਹੇ। ਜੇ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਬਾਬਰ ਸੀ, ਅੱਜ ਬਾਬਰ ਦੇ ਰੂਪ ਵਿੱਚ ਹੋਰ ਸਰਕਾਰਾਂ ਨੇ। ਕਿਉਂ ਅਸੀਂ ਤਾਂ ਹਿੰਦੁਸਤਾਨ ਦੀ ਸਰਕਾਰ ਜਿਹੜੀ ਸਿੱਖਾਂ 'ਤੇ ਘੱਟ ਗਿਣਤੀ ਦੇ ਮੁਸਲਮਾਨਾਂ 'ਤੇ ਜ਼ਬਰ ਜ਼ੁਲਮ ਕਰਦੀ ਹੈ, ਉਹਨਾਂ ਦੇ ਹੱਕ ਨਹੀਂ ਦਿੰਦੇ। ਅਸੀਂ ਉਸ ਹੱਕ ਲੈਣ ਵਾਸਤੇ ਜਦੋਂ ਜੂਨ 1984 ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਹ ਤੋਂ ਬਾਅਦ ਅਸੀਂ ਆਪਣੇ ਹੱਕਾਂ ਵਾਸਤੇ ਆਵਾਜ਼ ਬੁਲੰਦ ਕੀਤੀ। ਤਕਰੀਬਨ ਅਸੀਂ 30 ਸਾਲ ਤੋਂ 32 ਸਾਲ ਤੋਂ ਸਾਰੇ 28 ਸਾਲ ਤੋਂ ਅਸੀਂ ਜਲਾਵਤਨੀ ਉਸ ਆਜ਼ਾਦ ਵਾਸਤੇ, ਉਸ ਹੱਕਾਂ ਵਾਸਤੇ ਲੜਾਈ ਲੜ ਰਹੇ ਹਾਂ। ਇਸ ਕਰਕੇ ਸਾਡਾ ਭਾਰਤ ਵਿੱਚ ਜਾਣਾ ਹੈ ਅਤੇ ਸਾਡੇ ਤਾਂ ਸਾਰਿਆਂ 'ਤੇ ਪਾਬੰਦੀ ਹੈ, ਤਕਰੀਬਨ ਜਿੰਨੇ ਵੀ ਅਸੀਂ ਇੱਥੇ ਮੌਜੂਦ ਹਾਂ। ਅਤੇ ਅਸੀਂ ਵੀਰੇ ਹੁੰਦੇ ਜਿਹੜੇ ਦੇਸ਼ ਵਿੱਚ ਰਹਿ ਰਹੇ ਹਾਂ ਜਰਮਨੀ ਵਿੱਚ, ਅਸੀਂ ਉੱਥੋਂ ਹੀ ਆਪਣੀ ਜਿਹੜੀ ਆ ਇਸ ਧਾਰਮਿਕ ਗੁਰੂ ਸਥਾਨਾਂ ਦੀ ਦਰਸ਼ਨਾਂ ਵਾਸਤੇ ਅਸੀਂ ਫਿਰ ਇੱਥੇ ਆਉਂਦੇ ਹਾਂ। ਅੱਛਾ, ਕਿੰਨਾ ਕੁ ਅਰਸਾ ਹੋ ਗਿਆ ਹਿੰਦੁਸਤਾਨ ਛੱਡੇ ਹੋਏ? ਮੈਂ ਜੀ 88 ਵਿੱਚ ਛੱਡਿਆ ਹਿੰਦੁਸਤਾਨ ਜੀ। ਤੇ ਲਾ ਲਓ ਤੁਸੀਂ 34 ਸਾਲ ਹੋ ਗਏ ਆ ਹਿੰਦੁਸਤਾਨ ਛੱਡੇ ਨੂੰ। ਅੱਛਾ, ਤੇ ਪਿੱਛੇ ਪਰਿਵਾਰ, ਰਿਲੇਟਿਵ ਵਗੈਰਾ ਜਿਹੜੇ ਸਾਰੇ ਉਹ ਤਾਂ ਪਰਿਵਾਰ ਤਾਂ ਉੱਥੇ ਹੈ ਹੀ ਨਹੀਂ, ਹੈ ਨਹੀਂ? ਬਾਕੀ ਉਹ ਜਰਮਨੀ ਆ ਕੇ ਮਿਲਦੇ ਹੋਣਗੇ? ਨਹੀਂ ਜੀ, ਸਿਰਫ ਇੱਕ ਦਫਾ ਮੇਰੇ ਪਿਤਾ ਜੀ ਤਕਰੀਬਨ ਅੱਜ ਤੋਂ ਮੈਂ 20 ਸਾਲ ਪਹਿਲਾਂ ਇਸੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਾਨੂੰ ਮਿਲੇ ਨੇ। ਅਤੇ ਉਸ ਤੋਂ ਬਾਅਦ ਇੱਕ ਦਫਾ ਮੇਰੇ ਮਾਂ ਪਿਓ ਮੈਨੂੰ ਜਰਮਨੀ ਆ ਕੇ ਮਿਲੇ ਨੇ। ਪਰ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ, ਉਹਨਾਂ ਨੂੰ ਵੀ ਵੀਜ਼ਾ ਨਹੀਂ ਦੇ ਰਹੇ, ਸਾਡੇ ਲਈ ਵੀ ਪਾਬੰਦੀਆਂ ਨੇ। ਅਤੇ ਮਿਲਣਾ, ਪਰਿਵਾਰਾਂ ਨੂੰ ਮਿਲਣਾ, ਇੱਕ ਸਾਡਾ ਆਹ ਜਿਹੜਾ ਪਰਿਵਾਰ ਜਿਹੜਾ ਤੁਸੀਂ ਦੇਖ ਰਹੇ ਹੋ, ਅਸਲ ਵਿੱਚ ਅਸੀਂ ਇਸੇ ਪਰਿਵਾਰ ਵਿੱਚ ਜੀ ਰਹੇ ਹਾਂ। ਬਹੁਤ ਸੋਹਣਾ। ਅਤੇ ਉਸ ਪਰਿਵਾਰਾਂ ਨਾਲ ਸਾਡੀ ਸਾਂਝ ਹੈ, ਪਰ ਜਿਹੜੀ ਦੂਜੀਆਂ ਸਾਂਝਾਂ ਨੇ, ਨੇੜੇ ਦੀਆਂ ਸਾਂਝਾਂ, ਮੋਹ ਦੀ ਪਿਆਰ ਦੀਆਂ, ਮੋਹ ਦੀਆਂ ਤੰਦਾਂ, ਉਹ ਇਹਨਾਂ ਵਿੱਚ ਨੇ। ਕੋਈ ਅਸੀਂ ਨਾਲ ਹੀ ਰਹਿੰਦੇ ਹਾਂ। ਸਾਰਿਆਂ ਦੀ ਪਰਿਵਾਰਾਂ ਦਾ ਇਹੀ ਹਾਲ ਹੈ। ਕਿਸੇ ਦਾ ਮਾਤਾ ਚੜ੍ਹਾਈ ਕਰ ਗਈ, ਕਿਸੇ ਦਾ ਭਰਾ ਚੜ੍ਹਾਈ ਕਰ ਗਿਆ, ਉਹ ਉਹਨਾਂ ਤੱਕ ਮਿਲਣ ਤੱਕ ਨਹੀਂ ਜਾ ਸਕੇ। ਅਫਸੋਸ ਨਹੀਂ ਕਰ ਸਕਦੇ। ਪਿਛਲੇ ਦਿਨਾਂ 'ਚ ਗੁਰਦਿਆਲ ਸਿੰਘ ਲਾਲੀ ਉਹਨਾਂ ਦੀ ਮਾਤਾ ਦੀ ਚੜ੍ਹਾਈ ਕਰਕੇ ਸੰਸਕਾਰ ਤਾਂ ਨਹੀਂ ਜਾ ਸਕੇ, ਮਿਲ ਨਹੀਂ ਸਕੇ। ਇੱਕ ਫੀਲਿੰਗ ਹੁੰਦੀ ਹੈ ਮਾਂ ਨੇ ਜਿਹਨੇ ਜਨਮ ਦਿੱਤਾ, ਜਿਹੜੇ ਪਿਓ ਨੇ ਤੁਹਾਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਪਾਲਿਆ, ਜਿਹੜੇ ਭਰਾਵਾਂ ਦੇ ਨਾਲ ਤੁਸੀਂ ਬਰਾਬਰ ਖੇਡੇ ਹਰਸੇ ਹੋ,
ਉਹ ਦੁਨੀਆ ਤੋਂ ਕੂਚ ਕਰ ਜਾਣ, ਚਲੋ ਜਾਣਾ ਸਾਰੇ ਨਹੀਂ ਹੈ, ਪਰ ਉਹਨਾਂ ਦੇ ਅਖੀਰਲੇ ਟਾਈਮ ਦੇ ਵਿੱਚ ਤੁਸੀਂ ਸ਼ਮੂਲੀਅਤ ਤੁਹਾਡੀ ਨਾ ਹੋਣੀ, ਉਹ ਤਾਂ ਫਿਰ ਉਸ ਬੰਦੇ ਨੂੰ ਮਹਿਸੂਸ ਹੁੰਦਾ ਜਿਹੜੇ ਬੰਦੇ ਨਾਲ ਭਾਣਾ ਵਾਪਰਦਾ। ਪਰ ਅਸੀਂ ਇਸ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਉੱਪਰ ਨਤਮਸਤਕ ਹੋ ਕੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਆਵਾਜ਼ ਗੁਰੂ ਨਾਨਕ ਪਾਤਸ਼ਾਹ ਨੇ ਬੁਲੰਦ ਕੀਤੀ ਜ਼ੁਲਮ ਦੇ ਖਿਲਾਫ, ਪਾਪ ਦੇ ਖਿਲਾਫ, ਪਖੰਡ ਦੇ ਖਿਲਾਫ, ਤੇ ਉਸ ਜ਼ੁਲਮ ਦੀ ਆਵਾਜ਼ ਨੂੰ, ਉਹ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਆ, ਇਹ ਅਸੀਂ ਆਪਣੇ ਅਖੀਰਲੇ ਦਮ ਤੱਕ ਇਸ ਆਵਾਜ਼ ਨੂੰ, ਇਹਦੇ ਉੱਪਰ ਪਹਿਰਾ ਦੇ ਕੇ ਜਿਹਨਾਂ ਦੇ ਹੱਕ ਮਾਰੇ ਜਾ ਰਹੇ ਆ ਉਹਨਾਂ ਦੇ ਹੱਕਾਂ ਨੂੰ ਦਿਵਾਉਣ ਵਾਸਤੇ ਅਸੀਂ ਪਹਿਰਾ ਦੇ ਸਕੀਏ, ਇਹ ਅਰਦਾਸ ਕਰਨ ਵਾਸਤੇ ਅਸੀਂ ਗੁਰੂ ਨਾਨਕ ਪਾਤਸ਼ਾਹ ਚਰਨਾਂ ਵਿੱਚ ਮੌਜੂਦ ਹੋਏ ਹਾਂ। ਠੀਕ ਹੈ। ਅੱਛਾ, ਤੁਸੀਂ ਦੱਸਿਆ ਕਿ ਪੈਰੈਂਟਸ ਤੁਹਾਡੇ ਇੱਕ ਵਾਰ ਇੱਥੇ ਹੀ ਆ ਕੇ ਮੁਲਾਕਾਤ ਹੋਈ ਹੈ, ਤੇ ਹੁਣ ਇਸ ਵਾਰ ਹੈ ਉਹਨਾਂ ਦਾ ਕੋਈ ਪਲਾਨ? ਨਹੀਂ ਜੀ, ਬਹੁਤ ਬਜ਼ੁਰਗ ਹੋ ਗਏ ਨੇ, ਹੁਣ ਤੱਕ ਕਿਸੇ ਦਾ ਵੀ ਕੋਈ ਪਲਾਨ ਨਹੀਂ। ਇਸ ਤਰ੍ਹਾਂ ਦਾ ਕਾਫੀ ਬਿਰਧ ਹੋ ਚੁੱਕੇ ਨੇ, ਤੇ ਇਸ ਕਰਕੇ ਬਹੁਤ ਜ਼ਿਆਦਾ ਮੁਸ਼ਕਲ ਹੈ। ਤੇ ਦੂਜੇ ਸਰਕਾਰਾਂ ਵੀ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ ਇਸ ਗੱਲ ਦੇ ਉੱਪਰ ਜਦੋਂ, ਤੇ ਹੁਣ ਭਾਵੇਂ ਦੇਖਣ ਤੇ ਵੀ ਕੁਛ ਨਾ ਕੁਛ ਪਾਬੰਦੀਆਂ ਲਾਉਂਦੀਆਂ ਉਹ, ਤੇ ਪਰ ਚਲੋ ਜਿਸ ਤਰ੍ਹਾਂ ਉਸ ਅੱਲਾਹ ਤਾਲਾ ਦਾ ਅਕਾਲ ਪੁਰਖ ਦਾ ਜਿਵੇਂ ਹੁਕਮ ਹੈ, ਤੇ ਉਹਦੇ ਨਾਲ ਅਸੀਂ ਉਹਦੇ 'ਚ ਰਹਿ ਜਾ। ਆਪਣਾ ਇਲਾਕਾ ਕਿਹੜਾ ਸੀ ਪਿੱਛੇ? ਮੇਰਾ ਇਲਾਕਾ ਖੰਨੇ ਦੇ ਨੇੜੇ ਪਿੰਡ ਹੈ ਜੀ, ਮੇਰਾ ਖਨਿਆਣ, ਅੱਛਾ, ਤੇ ਅਸੀਂ ਉਸ ਪਿੰਡ ਨੂੰ ਬਿਲੋਂਗ ਕਰਦੇ ਹਾਂ ਜੀ। ਤੇ ਕਿਸ ਵਜ੍ਹਾ ਤੋਂ ਤੁਸੀਂ ਜਰਮਨ ਗਏ, ਤੇ ਪਾਬੰਦੀ ਕਿਸ ਵਜ੍ਹਾ ਤੋਂ ਲੱਗੀ ਵਾਪਸ ਨਾ ਆਉਣ ਤੇ? ਦੇਖੋ, ਵਜ੍ਹਾ ਤਾਂ ਇਹੀ ਬਣੀ, ਦਰਬਾਰ ਸਾਹਿਬ ਤੇ ਹਮਲਾ ਹੋਇਆ। ਉਸ ਹਮਲੇ ਤੋਂ ਬਾਅਦ ਸਿੱਖਾਂ ਦੇ ਮਨ, ਮੇਰੇ ਇਕੱਲੇ ਦਾ ਨਹੀਂ, ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਲੋਕਾਂ ਨੇ ਆਪਣੇ ਵੱਡੇ ਵੱਡੇ ਅਹੁਦੇ ਵੀ ਤਿਆਗੇ। ਉਸ ਜਿਹੜਾ ਜੋ ਵਰਤਾਰਾ 1984 ਵਿੱਚ ਦਰਬਾਰ ਸਾਹਿਬ ਤੇ ਹਮਲੇ ਤੇ ਵਰਤਿਆ, ਉਸ ਤੋਂ ਬਾਅਦ ਸਿੱਖਾਂ ਨੇ, ਭਾਵੇਂ ਪਹਿਲਾਂ ਸਾਡੀ ਸਟਰਗਲ ਸੀ, ਜਿਵੇਂ ਪੰਜਾਬ ਦੇ ਵਿੱਚ ਸਾਨੂੰ ਉੱਥੇ ਸਾਡੇ ਹੱਕ ਨਹੀਂ ਦਿੱਤੇ ਗਏ, ਪੰਜਾਬ ਦੀ ਵੰਡ ਹੋਈ ਉਹਦੇ ਵਿੱਚ ਵੀ ਸਾਨੂੰ ਥੋੜ੍ਹਾ ਦਿੱਤਾ ਗਿਆ, ਪਾਣੀ ਨਹੀਂ ਦਿੱਤੇ ਗਏ। ਸਿੱਖਾਂ ਦੇ ਨਾਲ ਹਮੇਸ਼ਾ ਹੀ ਹਿੰਦੁਸਤਾਨ ਦੀ ਸਰਕਾਰ ਨੇ 47 ਤੋਂ ਜਦੋਂ ਵੰਡ ਹੋਈ ਆ, ਉਦੋਂ ਸਾਡੇ ਨਾਲ ਸਮਝੌਤੇ ਕੀਤੇ, ਉਹਨਾਂ ਤੋਂ ਉਹ ਮੁੱਕਰੇ। ਉਹ ਹਮੇਸ਼ਾ ਹੀ ਸਿੱਖਾਂ ਨਾਲ ਵਿਤਕਰਾ ਕਰਦੇ ਰਹੇ। ਉਹ ਵਿਤਕਰਾ ਸਿੱਖਾਂ ਨੂੰ, ਕਈਆਂ ਨੂੰ ਅਹਿਸਾਸ ਹੁੰਦਾ, ਕਈਆਂ ਨਹੀਂ ਹੁੰਦਾ, ਕਈ ਉਹਨੂੰ ਸਹਿਣ ਕਰਦੇ ਰਹੇ, ਕਈਆਂ ਨਹੀਂ ਕੀਤਾ। ਸਮੇਂ ਨੇ ਕਰਵਟ ਖਾਧੀ, ਹੌਲੀ ਹੌਲੀ ਹੋਇਆ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਸਿੱਖਾਂ ਨੇ ਇੱਕ ਗੱਲ ਪਾਖ ਲਈ ਵੀ ਨਹੀਂ, ਹਿੰਦੁਸਤਾਨ ਦੇ ਵਿੱਚ ਰਹਿ ਕੇ ਸਾਨੂੰ ਸਾਡਾ ਧਰਮ ਸੁਰੱਖਿਅਤ ਹੈ, ਨਾ ਸਾਡੇ ਹੱਕ ਸਾਨੂੰ ਮਿਲਣੇ ਨੇ, ਨਾ ਸਾਡੇ ਬੱਚੇ ਇੱਥੇ ਸੁਰੱਖਿਅਤ ਨੇ। ਇਸ ਕਰਕੇ ਅਸੀਂ ਆਪਣੇ ਵੱਖਰੇ ਰਾਜ, ਉਸ ਰਾਜ ਦੀ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ, ਉਹ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਕੀਤਾ, ਕਿ ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਧਰਮ ਦਾ ਹੋਣਾ, ਰਾਜ ਦਾ ਹੋਣਾ, ਇੱਕ ਧਰਮ ਨੂੰ ਪ੍ਰਫੁੱਲਤ ਕਰਨਾ ਹੈ। ਇਸ ਕਰਕੇ ਅਸੀਂ ਉਸ ਰਾਜ ਦੀ ਪ੍ਰਾਪਤੀ ਖਾਤਰ ਅਸੀਂ ਉਹ ਆਵਾਜ਼ ਬੁਲੰਦ ਕੀਤੀ, ਅੱਜ ਵੀ ਕਰ ਰਹੇ ਹਾਂ, ਅਖੀਰਲੇ ਦਮ ਤੱਕ ਕਰਾਂਗੇ। ਤੇ ਉਹ ਰਾਜ ਜਿੱਥੇ ਹਰ ਇੱਕ ਨੂੰ, ਜਿਸ ਤਰ੍ਹਾਂ ਤੁਸੀਂ ਵੀ ਇਤਿਹਾਸ ਨੂੰ ਪੜ੍ਹਦੇ ਹੋ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੜ੍ਹਦੇ ਹੋ, ਤੁਸੀਂ ਬੰਦਾ ਸਿੰਘ ਬਹਾਦਰ ਦੇ ਰਾਜ ਨੂੰ ਪੜ੍ਹਿਆ ਸੁਣਿਆ ਬਜ਼ੁਰਗਾਂ ਕੋਲੋਂ, ਵੀ ਅਸੀਂ ਉਸ ਤਰ੍ਹਾਂ ਦਾ ਇੱਕ ਰਾਜ, ਜਿਸ ਰਾਜ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ, ਜਿਹਦੇ ਦਰ 'ਤੇ ਅਸੀਂ ਖੜ੍ਹੇ ਹਾਂ, ਜਿਸ ਰਾਜ ਦੀ ਗੱਲ ਉਹਨਾਂ ਨੇ ਕੀਤੀ ਆ, ਅਸੀਂ ਉਸ ਰਾਜ ਦੀ ਪ੍ਰਾਪਤੀ ਲਈ ਗੱਲ ਕरें। ਇਹੀ ਕਾਰਨ ਬਣਿਆ ਕਿ ਜੇ ਅਸੀਂ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਕੇ ਹਿੰਦੁਸਤਾਨ ਵਿੱਚ ਜੀਣਾ ਚਾਹੀਏ, ਤੇ ਅਸੀਂ ਅੱਜ ਵੀ ਜੀ ਸਕਦੇ ਹਾਂ, ਪਰ ਅਸੀਂ ਅਣਖ, ਗੈਰਤ, ਹੱਕਾਂ ਦੇ ਵਾਸਤੇ ਲੜ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ, ਦੇਸ਼ਾਂ ਤੋਂ ਬਾਹਰ, ਵਿਦੇਸ਼ਾਂ ਤੋਂ ਬਾਹਰ, ਰਿਸ਼ਤੇਦਾਰੀਆਂ ਤੋਂ ਦੂਰ, ਭੈਣਾਂ ਭਰਾਵਾਂ ਤੋਂ ਦੂਰ, ਮਾਂ ਪਿਓ ਨਾਲੋਂ ਦੂਰ ਰਹਿ ਕੇ ਜੇ ਅਸੀਂ ਆਪਣੀ ਕੌਮ ਦੇ ਘਰ ਵਾਸਤੇ ਕੋਈ ਗੱਲ ਕਰ ਸਕੀਏ, ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਕੇ, ਉਹਨਾਂ ਜਿਨ੍ਹਾਂ 'ਤੇ ਜ਼ੁਲਮ ਹੋ ਰਿਹਾ ਉਹਨਾਂ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਅਸੀਂ ਕੋਈ ਗੱਲ ਕਰ ਸਕੀਏ, ਤੇ ਸਾਨੂੰ ਜਿਹੜੀਆਂ ਜਲਾਵਤਨੀਆਂ ਨੇ ਸਾਡੀਆਂ, ਉਹ ਸਾਡੇ ਲਈ ਇੱਕ ਖੁਸ਼ੀ ਹੈ ਵੀ ਅਸੀਂ ਜਲਾਵਤਨ ਹੋ ਕੇ ਵੀ ਆਪਣੀ ਕੌਮ ਲਈ, ਆਪਣੇ ਪੰਥ ਲਈ, ਆਪਣੀ ਆਵਾਮ ਲਈ, ਉਸ ਜਿਹੜੇ ਦਬੇ ਕੁਚਲੇ ਲੋਕ ਨੇ ਉਹਨਾਂ ਵਾਸਤੇ ਆਵਾਜ਼ ਬੁਲੰਦ ਕਰ ਸਕੀਏ। ਹੁਣ ਜੰਮੂ ਕਸ਼ਮੀਰ ਦੀ ਆਪਾਂ ਗੱਲ ਕਰਦੇ ਹਾਂ, ਧਾਰਾ 370 ਹਟਾਈ ਗਈ, ਉਹਨਾਂ ਦੇ ਹੱਕ ਖੋਏ ਗਏ, ਉਹਨਾਂ ਵਾਸਤੇ ਵੀ ਅਸੀਂ UN ਵਿੱਚ ਗਏ, ਜਾ ਕੇ ਉੱਥੇ ਪ੍ਰੋਟੈਸਟ ਕੀਤੇ, ਤੇ ਉੱਥੇ MP ਨੂੰ ਮਿਲੇ। ਕਿਉਂਕਿ ਸਾਡਾ ਗੁਰੂ ਨਾਨਕ ਦੇ ਦਰ ਦਾ, ਜਿਹੜਾ ਗੁਰੂ ਨਾਨਕ ਦਾ ਜਿਹੜਾ ਸਿਧਾਂਤ ਹੈ, ਉਹ ਸਰਬੱਤ ਦੇ ਭਲੇ ਦਾ ਹੈ। ਉਹਦੇ ਲਈ ਇਹ ਨਹੀਂ ਸਿੱਖਾਂ ਨਾਲ ਜ਼ੁਲਮ ਹੋ ਰਿਹਾ, ਜਾਂ ਮੁਸਲਮਾਨਾਂ ਨਾਲ, ਕ੍ਰਿਸਚਨਾਂ, ਜਾਂ ਹਿੰਦੂਆਂ ਨਾਲ। ਜਿੱਥੇ ਹਿੰਦੂਆਂ ਨਾਲ ਹੁੰਦਾ ਸੀ ਉੱਥੇ ਵੀ ਆਵਾਜ਼ ਬੁਲੰਦ ਕਰਦੇ ਹਾਂ, ਪਰ ਅਸੀਂ ਇਸ ਆਵਾਜ਼ ਬੁਲੰਦ ਕਰਨ ਵਾਸਤੇ, ਇਸ ਗੁਲਾਮੀ ਦਾ ਜਿਹੜਾ ਜੂੜਾ ਸਾਡੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਪਾਇਆ, ਇਹਨੂੰ ਲਾਉਣ ਵਾਸਤੇ ਅਸੀਂ ਉਸ ਧਰਤੀ ਨੂੰ ਛੱਡ, ਕਿਉਂਕਿ ਉੱਥੇ ਤੁਹਾਨੂੰ ਪਤਾ ਬਹੁਤ ਸਿੱਖਾਂ ਨੂੰ ਮਾਰਿਆ ਗਿਆ, ਬਹੁਤਾਂ ਨੂੰ ਨਜ਼ਰਬੰਦ ਰੱਖਿਆ ਗਿਆ, 30-30 ਸਾਲ ਤੋਂ ਅਜੇ ਵੀ ਨਜ਼ਰਬੰਦ ਨੇ। ਉਹਨਾਂ ਦੀ ਮਤਲਬ ਕੈਦਾਂ, ਸਜ਼ਾਵਾਂ ਵੀ ਖਤਮ ਹੋ ਚੁੱਕੀਆਂ ਨੇ। ਸਿੱਖਾਂ ਲਈ ਦੋਹਰਾ ਮਾਪਦੰਡ, ਜਿਹੜੇ ਸਿੱਖਾਂ ਦੇ ਕਾਤਲ ਨੇ ਉਹਨੂੰ ਕੁਰਸੀਆਂ ਦੇ ਰਹੇ ਆ, ਜਿਹੜੇ ਸਿੱਖਾਂ ਨੂੰ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ, ਉਹਨੂੰ ਜੇਲ੍ਹਾਂ ਵਿੱਚੋਂ ਜੇ ਨਜ਼ਰਬੰਦੀ ਆ ਉਹਨਾਂ ਦੀ, ਨਹੀਂ ਉਹਨਾਂ ਨੂੰ ਬਾਹਰ ਕੱਢ ਰਹੇ। ਇਸ ਕਰਕੇ ਇਹ ਸਾਰੀਆਂ ਆਵਾਜ਼ਾਂ, ਜਦੋਂ ਅਸੀਂ ਉੱਥੋਂ ਕੋਈ ਆਵਾਜ਼ ਬੁਲੰਦ ਕਰਦਾ ਹੈ, ਉਹਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਕੇਸ ਪਾ ਕੇ ਉਹਨੂੰ ਜੇਲ੍ਹਾਂ 'ਚ ਸੁੱਟ ਦਿੱਤਾ ਜਾਂਦਾ ਹੈ। ਅਸੀਂ ਵਿਦੇਸ਼ਾਂ ਵਿੱਚ ਬੈਠ ਕੇ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਅਸੀਂ ਉਹ ਆਵਾਜ਼ ਬੁਲੰਦ ਕਰ ਰਹੇ ਹਾਂ। ਜੋ ਕਿ ਹਿੰਦੁਸਤਾਨ ਉੱਤੇ ਧੱਕਾ ਕਰ ਰਿਹਾ, ਉਹਦੇ ਪ੍ਰਤੀ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਸਾਡੇ 'ਤੇ ਰਹਿਮ ਕਰੇ, ਤੇ ਅਸੀਂ ਇਸ ਆਵਾਜ਼ ਨੂੰ ਹਮੇਸ਼ਾ ਬੁਲੰਦ ਰੱਖੀਏ। ਵਾਹਿਗੁਰੂ ਜੀ ਰਹਿਮ ਕਰੇਗਾ। ਤੇ
ਆਪਣਾ ਰੈਫਰੈਂਡਮ ਕਦੋਂ ਕਰਵਾ ਰਹੇ ਹੋ? ਰੈਫਰੈਂਡਮ ਦੇਖੋ ਹਰ ਇੱਕ ਦੇ ਆਪੋ ਆਪਣੇ ਕੰਮ ਨੇ, ਤੁਹਾਡੀ ਵਾਰੀ ਆਪਣਾ ਕਦੋਂ ਫੀਲਡ ਹੈ, ਆਪੋ ਆਪਣਾ ਫੀਲਡ ਹੈ। ਸਾਡੇ ਜਰਮਨ ਵਿੱਚ ਪਤਾ ਨਹੀਂ ਕਦੋਂ ਕਰਾਉਣਗੇ ਰੈਫਰੈਂਡਮ, ਜਿਹੜੇ 2020 ਵਾਲੇ ਜਿਹੜੇ ਕਰਾ ਰਹੇ ਨੇ ਉਹਨਾਂ ਦਾ ਆਪਣਾ ਫੀਲਡ ਹੈ। ਸਿੱਖ ਫॉर ਜਸਟਿਸ ਵਾਲੇ ਉਹਨਾਂ ਦੇ ਆਪਣੇ ਪ੍ਰੋਗਰਾਮ ਨੇ, ਉਹਨੇ ਕਦੋਂ ਕਿੱਥੇ ਇਸ ਵੇਲੇ ਇੰਗਲੈਂਡ ਵਿੱਚ ਕਰਾ ਰਿਹਾ, ਜਰਮਨ 'ਚ ਕਦੋਂ ਆਉਂਦੇ ਆ, ਯੂਰਪ 'ਚ ਕਦੋਂ ਆਉਂਦੇ ਆ, ਉਹ ਉਹਨਾਂ ਦੇ ਪ੍ਰੋਗਰਾਮ ਨੇ। ਜਿਸ ਤਰ੍ਹਾਂ ਸੰਗਤਾਂ ਉਹਨਾਂ ਦਾ ਸਹਿਯੋਗ ਦੇ ਰਹੀਆਂ, ਬਹੁਤ ਚੰਗੀ ਗੱਲ ਹੈ, ਹੋਣਾ ਚਾਹੀਦਾ, ਕਿਉਂ ਨਹੀਂ। ਜਾਂ ਸਾਡਾ ਆਪਣਾ ਰਾਜ ਸੀ, ਜੇ ਦੂਜੇ ਰਾਜ ਮੰਗ ਸਕਦੇ, ਅਸੀਂ ਕਿਉਂ ਨਹੀਂ ਮੰਗ ਸਕਦੇ? ਅਸੀਂ ਵੀ ਤਾਂ ਹੱਕ ਆ ਸਾਡਾ ਇਹ, ਜੇ ਉਹ ਵੀ ਹੱਕ ਸਾਡਾ ਤਾਂ ਹੋਇਆ ਜੇ ਤੁਸੀਂ ਸਾਡੇ ਹੱਕ ਨੂੰ ਹਿੰਦੁਸਤਾਨ ਦੇ ਵਿੱਚ ਦਵਾਇਆ। ਪਹਿਲਾਂ ਅਸੀਂ ਉੱਥੇ ਰਹਿ ਕੇ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ ਤੁਸੀਂ ਕਰੋਗੇ ਤੇ ਫਿਰ ਤਾਂ ਇਸ ਤਰ੍ਹਾਂ ਹੋਊਗੀ, ਹੈ ਨਹੀਂ। ਉਹ ਹਰ ਇੱਕ ਦਾ ਆਪੋ ਆਪਣਾ ਤਰੀਕਾ, ਉਹ ਕਿਸ ਤਰ੍ਹਾਂ ਲੈ ਰਿਹਾ, ਕਿਸ ਤਰੀਕੇ ਨਾਲ ਲੈ ਰਿਹਾ। ਤੇ 2020 ਵਾਲੇ ਜਿਹੜੇ ਨੇ ਸਿੱਖ ਫॉर ਜਸਟਿਸ ਵਾਲੇ ਨੇ, ਉਹਨਾਂ ਦਾ ਆਪਣਾ ਰਸਤਾ ਉਸ ਤਰ੍ਹਾਂ ਕਰਕੇ ਉਹ ਆਪਣੀ ਜਿਹੜੀ ਹੈ ਉਹ ਜਦੋਜਹਿਦ ਕਰ ਰਹੇ ਨੇ। ਮਹਾਰਾਜ ਸਾਰਿਆਂ ਨੂੰ ਸਟਰਗਲ ਦੇ ਵਿੱਚ ਸਾਰਿਆਂ ਨੂੰ ਹਿੰਮਤ ਬਖਸ਼ੇ, ਸਾਰਿਆਂ ਦੀ ਸਫਲ ਹੋਵੇ ਸਟਰਗਲ, ਤੇ ਸਾਡਾ ਸਿੱਖ ਰਾਜ ਜਿਹੜਾ ਉਹ ਬਣੇ। ਤੇ ਬਾਕੀ ਇਕੱਲੇ ਪਾਕਿਸਤਾਨ ਨਾਲ ਨਹੀਂ, ਸਿੱਖ ਰਾਜ ਦੇ ਨਾਲ ਤਾਂ ਮੈਂ ਕਿਹਾ ਏਸ਼ੀਆ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੋਊਗੀ, ਬਹੁਤ ਜ਼ਿਆਦਾ ਤਬਦੀਲੀ ਹੋਊਗੀ। ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਜਿਹੜੇ ਸਾਰੇ ਭਾਈਚਾਰੇ ਵਿੱਚ ਇੱਕ ਸਰਬੱਤ ਦੇ ਭਲੇ ਵਾਲੇ ਕਨਸੈਪਟ ਨੂੰ ਲੈ ਕੇ ਅਸੀਂ ਸਾਰੇ ਇਸ ਮਤਲਬ ਉਸ ਇੱਕ ਨੀਲੀ ਛਤਰੀ ਦੇ, ਉਸ ਅਕਾਲ ਪੁਰਖ, ਉਸ ਅੱਲਾਹ ਤਾਲਾ ਦੇ ਮਤਲਬ ਉਹਦੇ ਹੁਕਮ ਦੇ ਅੰਦਰ ਰਹਿ ਕੇ ਅਸੀਂ ਆਪਣੇ ਇਸ ਭਾਈਚਾਰਕ ਸਾਂਝ ਨੂੰ ਅਸੀਂ ਹੋਰ ਜੋੜ ਸਕੀਏ। ਠੀਕ, ਬਹੁਤ ਸ਼ੁਕਰੀਆ ਸਰਦਾਰ ਜੀ, ਬਹੁਤ ਧੰਨਵਾਦ। ਤੁਸੀਂ ਗੱਲ ਕਰ ਰਹੇ ਸੀ, ਆਪਣੇ ਵਿਚਾਰ ਸਾਂਝੇ ਕੀਤੇ। ਵਿਊਅਰਸ, ਤੁਸੀਂ ਸਰਦਾਰ ਜੀ ਦੇ ਵਿਚਾਰ ਸੁਣੇ ਔਰ ਫੀਲਿੰਗਸ ਆਪਣੀ ਬਿਆਨ ਨਹੀਂ ਕਰ ਪਾ ਰਹੇ। ਨਾਲ ਹੀ ਉਹਨਾਂ ਨੇ ਦੱਸਿਆ, ਬੜੀ ਅਫਸੋਸਨਾਕ ਇਹਨਾਂ ਨੇ ਸਟੋਰੀ ਦੱਸੀ ਹੈ, ਜਿਸ ਤਰ੍ਹਾਂ ਹਿੰਦੁਸਤਾਨ ਸਰਕਾਰ ਇਹਨਾਂ ਨਾਲ ਜ਼ਿਆਦਤੀਆਂ ਕਰ ਰਹੀ ਹੈ, ਇਹਨਾਂ ਦੇ ਰਾਈਟਸ ਨਹੀਂ ਦੇ ਰਹੀ। ਉਮੀਦ ਹੈ ਅੱਗੇ ਚੱਲ ਕੇ ਇਹਨਾਂ ਨੂੰ ਇਹਨਾਂ ਦੇ ਰਾਈਟਸ ਜ਼ਰੂਰ ਮਿਲਣਗੇ। ਮੈਨੂੰ ਫਿਲਹਾਲ ਇਜਾਜ਼ਤ ਦਿਓ, ਰੱਬ ਰਾਖਾ।